ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਫਿਜ਼ਿਕਸ ਦਾ ਜੋ ਸਾਇੰਸ ਐਂਡ ਟੈਕਨੋਲੋਜੀ ਦਾ ਪਾਰਟ 4 ਕਰਾਂਗੇ, ਜਿਸ ਅਸੀਂ ਫਿਜ਼ਿਕਸ ਦਾ ਚੈਪਟਰ ਨੰਬਰ ਨੈਕਸਟ ਕਰਾਂਗੇ ਜੋ ਹੈ ਮਕੈਨਿਕਸ। ਅਸੀਂ ਇਸ ਤੋਂ ਪਹਿਲਾਂ ਆਪਣਾ ਸਭ ਤੋਂ ਫਸਟ ਚੈਪਟਰ ਮੇਜ਼ਰਮੈਂਟ ਕੰਪਲੀਟ ਕੀਤਾ ਸੀ, ਸੈਕਿੰਡ ਨੰਬਰ 'ਤੇ ਮੇਜ਼ਰਮੈਂਟ ਡਿਵਾਈਸਿਸ ਕੰਪਲੀਟ ਕੀਤਾ ਸੀ, ਥਰਡ 'ਤੇ ਸਾਊਂਡ ਕੰਪਲੀਟ ਕੀਤਾ ਸੀ। ਅਤੇ ਅੱਜ ਅਸੀਂ ਮਕੈਨਿਕਸ ਦੇ ਕੁਝ ਇੰਪੋਰਟੈਂਟ ਕੁਐਸਚਨਸ ਕਰਾਂਗੇ ਜੋ PPSC ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ। ਤੋ ਅੱਜ ਅਸੀਂ ਇਸ ਸੀਰੀਜ਼ ਨੂੰ ਲੈ ਕੇ ਅੱਗੇ ਵਧਣਾ ਹੈ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਸ਼ੇਅਰ ਕਰ ਦਿਓ ਅਤੇ ਬੈਲ ਆਈਕਨ 'ਤੇ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਤੁਹਾਨੂੰ ਮੋਰ ਐਂਡ ਮੋਰ ਅਪਡੇਟਸ ਮਿਲਣ। ਤਾਂ ਸਾਡਾ ਫਸਟ ਕੁਐਸਚਨ ਹੈ ਅੱਜ ਦਾ ਵਰਕਿੰਗ ਪ੍ਰਿੰਸੀਪਲ ਆਫ ਵਾਸ਼ਿੰਗ ਮਸ਼ੀਨ। ਵਾਸ਼ਿੰਗ ਮਸ਼ੀਨ ਦਾ ਵਰਕਿੰਗ ਪ੍ਰਿੰਸੀਪਲ, ਉਸਦਾ ਸਿਧਾਂਤ ਕੀ ਹੈ? ਕਿਆ ਉਸਦਾ ਸਿਧਾਂਤ ਸੈਂਟਰੀਫਿਊਗੇਸ਼ਨ ਹੈ, ਕਿਆ ਡਾਇਲੈਸਿਸ ਹੈ, ਕਿ ਰਿਵਰਸ ਓਸਮੋਸਿਸ ਹੈ ਜਾਂ ਡਿਫਿਊਜ਼ਨ ਹੈ? ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਸਾਡਾ ਪ੍ਰਿੰਸੀਪਲ ਹੈ ਵਾਸ਼ਿੰਗ ਮਸ਼ੀਨ ਦਾ ਉਹ ਸੈਂਟਰੀਫਿਊਗੇਸ਼ਨ ਹੈ। ਸੈਂਟਰੀਫਿਊਗੇਸ਼ਨ ਉਹ ਚੀਜ਼ ਹੈ ਜੋ ਕਿਸੇ ਵੀ ਚੀਜ਼ਾਂ ਨੂੰ ਸੈਪਰੇਟ ਕਰ ਸਕਦੀ ਹੈ। ਠੀਕ ਹੈ, ਅਗਰ ਹੁਣ ਅਸੀਂ ਵਾਸ਼ਿੰਗ ਮਸ਼ੀਨ 'ਚ ਕੱਪੜੇ ਪਾਉਂਦੇ ਆ ਤਾਂ ਉਹ ਡਰਟ ਨੂੰ ਅਲੱਗ ਕਰ ਦਿੰਦੀ ਹੈ ਅਤੇ ਕੱਪੜਿਆਂ ਨੂੰ ਅਲੱਗ ਕਰ ਦਿੰਦੀ ਹੈ ਨਾ। ਸੈਂਟਰੀਫਿਊਗੇਸ਼ਨ ਉਹ ਚੀਜ਼ਾਂ ਨੂੰ ਸੈਪਰੇਟ ਕਰ ਦਿੰਦੀ ਹੈ। ਸੈਂਟਰੀਫਿਊਗੇਸ਼ਨ ਉਹ ਸੈਪਰੇਟ ਚੀਜ਼ਾਂ ਨੂੰ ਕਰ ਦਿੰਦੀ ਹੈ ਜੋ ਕਿ ਆਪਾਂ ਸਿੰਪਲੀ ਨਹੀਂ ਕਰ ਸਕਦੇ, ਬਾਏ ਹੈਂਡ ਨਹੀਂ ਕਰ ਸਕਦੇ। ਠੀਕ ਹੈ, ਸੋ ਡਾਇਲੈਸਿਸ ਕੀ ਹੁੰਦਾ? ਡਾਇਲੈਸਿਸ ਤੁਹਾਨੂੰ ਪਤਾ ਹੈ, ਜੋ ਡਾਇਲੈਸਿਸ ਹੁੰਦਾ ਇਹ ਉਹ ਚੀਜ਼ ਹੈ ਜੋ ਤੁਹਾਨੂੰ ਪਤਾ ਜਿਸ 'ਚ ਬਲੱਡ ਜਿਹੜਾ ਹੁੰਦਾ ਉਹ ਪਿਊਰੀਫਾਈ ਕੀਤਾ ਜਾਂਦਾ। ਰਿਵਰਸ ਓਸਮੋਸਿਸ ਹੁੰਦਾ ਹੈ ਨਾ। ਓਸਮੋਸਿਸ ਜਿਹੜਾ ਹੁੰਦਾ ਇਹ ਜਿਵੇਂ ਹਾਇਰ ਕੰਸਨਟਰੇਸ਼ਨ ਤੋਂ ਲੋ ਕੰਸਨਟਰੇਸ਼ਨ ਕੋਈ ਚੀਜ਼ ਹੁੰਦੀ ਹੈ ਉਹਨੂੰ ਓਸਮੋਸਿਸ ਕਹਿੰਦੇ ਆ। ਡਿਫਿਊਜ਼ਨ ਉਹ ਹੁੰਦਾ ਜੋ ਗੈਸਿਸ ਦੀ ਸਪੀਡ ਹੋ ਕੇ ਅੱਗੇ ਚੱਲ ਜਾਂਦਾ ਅਤੇ ਸਾਨੂੰ ਕੋਈ ਵੀ ਖੁਸ਼ਬੂ ਜਲਦੀ ਸਾਡੇ ਕੋਲ ਪਹੁੰਚ ਜਾਂਦੀ ਹੈ ਬਾਏ ਫਾਸਟ, ਸੋ ਉਸਨੂੰ ਡਿਫਿਊਜ਼ਨ ਕਹਿ ਦਿੰਦੇ ਆ। ਸੋ ਇਸਦਾ ਆਨਸਰ ਸੈਂਟਰੀਫਿਊਗੇਸ਼ਨ ਹੋਏਗਾ। ਸਾਡਾ ਜੋ ਸੈਕਿੰਡ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਵੈਕਟਰ ਕੁਆਂਟੀਟੀ। ਇੱਥੇ ਨਾਟ ਪੁੱਛਿਆ, ਤੋ ਸਾਡਾ ਫਸਟ ਹੈ ਡਿਸਪਲੇਸਮੈਂਟ, ਸੈਕਿੰਡ ਇਜ਼ ਵੈਲੋਸਿਟੀ, ਥਰਡ ਇਜ਼ ਫੋਰਸ ਐਂਡ ਡੀ ਇਜ਼ ਵੋਲੀਅਮ। ਤੋ ਇਸਦਾ ਆਨਸਰ ਵੋਲੀਅਮ ਹੋਏਗਾ। ਮੈਂ ਤੁਹਾਨੂੰ ਦੱਸ ਦੇਵਾਂ ਕਿ ਦੋ ਚੀਜ਼ਾਂ ਹੁੰਦੀਆਂ ਨੇ, ਡਿਸਟੈਂਸ ਹੁੰਦਾ ਅਤੇ ਇੱਕ ਹੁੰਦਾ ਡਿਸਪਲੇਸਮੈਂਟ। ਜੋ ਡਿਸਟੈਂਸ ਹੁੰਦਾ ਹੈ ਸਕੇਲਰ ਕੁਆਂਟੀਟੀ ਹੁੰਦੀ ਹੈ। ਸਕੇਲਰ ਕੁਆਂਟੀਟੀ ਉਹ ਕੁਆਂਟੀਟੀਜ਼ ਹੁੰਦੀਆਂ ਜਿਨ੍ਹਾਂ ਦੀ ਸਿਰਫ ਮੈਗਨੀਟਿਊਡ ਹੁੰਦਾ ਅਤੇ ਪਰ ਡਾਇਰੈਕਸ਼ਨ ਨਹੀਂ ਹੁੰਦੀ ਹੈਗੀ। ਮਤਲਬ ਇੱਦਾਂ ਕਿ ਜਿਵੇਂ ਮੈਂ ਤੁਹਾਨੂੰ ਬੋਲਾਂ ਕਿ 10 ਤਾਂ 10 ਕੀ ਹੈ? ਇੱਕ ਮੈਗਨੀਟਿਊਡ ਹੈ। ਲੇਕਿਨ ਮੈਂ ਪਿੱਛੇ ਬੋਲਦਾ ਕਿ ਜੋ 10 ਹੈ ਉਹ 10 ਮੀਟਰ ਇਸ ਡਾਇਰੈਕਸ਼ਨ ਵੱਲ ਗਿਆ ਤਾਂ ਮੈਂ ਉਹਦੀ ਡਾਇਰੈਕਸ਼ਨ ਦੱਸ ਦਿੱਤੀ ਕਿ 10 ਮੀਟਰ ਈਸਟ ਹੈ ਨਾ, ਤਾਂ ਉਹ ਕਿਆ ਹੋ ਗਿਆ? ਕੋਈ ਡਾਇਰੈਕਸ਼ਨ ਦੱਸ ਦਿੱਤੀ ਤਾਂ ਉਹ ਕਿਆ ਹੋ ਗਿਆ? ਵੈਕਟਰ ਕੁਆਂਟੀਟੀ। ਲੇਕਿਨ ਅਗਰ ਮਤਲਬ ਮੈਂ 10 ਮੀਟਰ ਇਕੱਲਾ ਤਾਂ ਉਹ ਇਕੱਲਾ ਮੈਗਨੀਟਿਊਡ ਆ। ਸੋ ਜੋ ਸਕੇਲਰ ਹੁੰਦਾ ਉਹਦਾ ਇਕੱਲਾ ਮੈਗਨੀਟਿਊਡ ਹੁੰਦਾ ਪਰ ਡਾਇਰੈਕਸ਼ਨ ਨਹੀਂ ਹੁੰਦੀ। ਲੇਕਿਨ ਵੈਕਟਰ 'ਚ ਡਾਇਰੈਕਸ਼ਨ ਵੀ ਹੁੰਦੀ ਹੈ, ਜੋ ਡਿਸਪਲੇਸਮੈਂਟ ਹੈ ਵੈਕਟਰ ਹੁੰਦੀ ਹੈ। ਤੁਸੀਂ ਇਹ ਗੱਲ ਯਾਦ ਰੱਖਣੀ ਆ। ਹੁਣ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਗੱਲ ਆ ਜਾਂਦੀ ਹੈ ਉਹ ਆ ਜਾਂਦੀ ਹੈ ਵੈਲੋਸਿਟੀ ਦੀ। ਜੋ ਵੈਲੋਸਿਟੀ ਹੁੰਦੀ ਹੈ ਉਹ ਵੀ ਵੈਕਟਰ ਕੁਆਂਟੀਟੀ ਹੈ। ਕਿਉਂਕਿ ਜੋ ਵੈਲੋਸਿਟੀ ਹੁੰਦਾ ਉਹ ਸਾਡਾ ਡਿਸਪਲੇਸਮੈਂਟ ਓਵਰ ਟਾਈਮ ਹੁੰਦਾ। ਡਿਸਪਲੇਸਮੈਂਟ ਓਵਰ ਟਾਈਮ ਹੋਣ ਕਰਕੇ ਵੈਲੋਸਿਟੀ ਹੋ ਜਾਂਦੀ ਹੈ ਔਰ ਇਸ ਡਿਸਪਲੇਸਮੈਂਟ ਹੋਣ ਕਰਕੇ ਤਾਂ ਹੀ ਇਹ ਵੀ ਇੱਕ ਵੈਕਟਰ ਕੁਆਂਟੀਟੀ ਬਣ ਜਾਂਦੀ ਹੈ। ਅਤੇ ਇਸ ਤੋਂ ਬਾਅਦ ਜੋ ਸਾਡਾ ਜੋ ਨੈਕਸਟ ਆ ਜਾਂਦਾ ਉਸ 'ਚ ਕੀ ਹੋ ਜਾਂਦਾ ਕਿ ਫੋਰਸ ਆ ਗਈ। ਫੋਰਸ ਕਿਆ ਹੁੰਦਾ? ਮਾਸ ਇਨਟੂ ਐਕਸਲਰੇਸ਼ਨ ਹੁੰਦਾ। ਅਤੇ ਇਸ ਤੋਂ ਬਾਅਦ ਜਿਹੜਾ ਐਕਸਲਰੇਸ਼ਨ ਹੁੰਦਾ ਉਹ ਵੈਲੋਸਿਟੀ ਓਵਰ ਟਾਈਮ ਹੁੰਦਾ। ਹੁਣ ਅਗਰ ਵੈਲੋਸਿਟੀ ਵੈਕਟਰ ਆ ਤਾਂ ਫੋਰਸ ਵੀ ਵੈਕਟਰ ਹੋ ਗਈ। ਇਟ ਮੀਨਸ ਸਾਡਾ ਫੋਰਸ ਮਤਲਬ ਜੋ ਬੇਸ ਹੈ ਇਹਨਾਂ ਦਾ ਉਹ ਡਿਸਪਲੇਸਮੈਂਟ ਤੋਂ ਜਾਂਦਾ ਹੈ ਔਰ ਵੈਲੋਸਿਟੀ ਤੋਂ ਜਾਂਦਾ। ਤਾਂ ਇਹਦਾ ਆਨਸਰ ਕੀ ਹੋ ਗਿਆ? ਵੋਲੀਅਮ। ਡਨ। ਨੈਕਸਟ ਇਜ਼ ਸਿੰਪਲ ਮਸ਼ੀਨ ਹੈਲਪਸ ਅ ਪਰਸਨ ਇਨ ਡੂਇੰਗ। ਜੋ ਮਸ਼ੀਨ ਹੁੰਦੀ ਹੈ ਉਹ ਪਰਸਨਸ ਨੂੰ ਕਿਵੇਂ ਹੈਲਪ ਕਰਦੀ ਹੈ? ਕਿਆ ਉਹਨੂੰ ਲੈਸ ਵਰਕ ਕਰਨਾ ਪੈਂਦਾ? ਕਿਆ ਉਸਨੂੰ ਸੇਮ ਅਮਾਊਂਟ ਆਫ ਵਰਕ ਵਿਦ ਲੈਸਰ ਫੋਰਸ ਕਰਨਾ ਪੈਂਦਾ ਜਾਂ ਸੇਮ ਅਮਾਊਂਟ ਆਫ ਵਰਕ ਸਲੋਲੀ ਜਾਂ ਸੇਮ ਅਮਾਊਂਟ ਆਫ ਵਰਕ ਮਚ ਫਾਸਟਰ? ਤਾਂ ਇਸ 'ਚ ਕੀ ਹੋਊਗਾ? ਇਸ ਦਾ ਆਨਸਰ ਬੀ ਹੋਊਗਾ। ਕਿਉਂਕਿ ਜਿਵੇਂ ਅਸੀਂ ਕੋਈ ਵੀ ਕੰਮ ਹੱਥਾਂ ਨਾਲ ਕਰਨਾ ਪੈਂਦਾ ਸਾਨੂੰ ਫੋਰਸ ਲਗਾ ਕੇ ਕਰਨਾ ਪੈਂਦਾ, ਲੇਕਿਨ ਜੋ ਮਸ਼ੀਨ ਹੁੰਦੀ ਹੈ ਉਹ 'ਚ ਸਾਨੂੰ ਫੋਰਸ ਨਹੀਂ ਲਾਉਣੀ ਪੈਂਦੀ ਲੇਕਿਨ ਉਹ ਕੰਮ ਵੀ ਹੋ ਜਾਂਦਾ। ਤਾਂ ਉਹਦਾ ਆਨਸਰ ਬੀ ਹੋਏਗਾ। ਅ ਮੈਨ ਇਜ਼ ਸਟੈਂਡਿੰਗ ਔਨ ਅ ਸੈਂਸਿਟਿਵ ਬੈਲੈਂਸ ਇਫ ਹੀ ਇਨਹੇਲਸ ਡੀਪ ਦਾ ਰੀਡਿੰਗ ਆਫ ਦਾ ਬੈਲੈਂਸ। ਜਦੋਂ ਕਿਸੇ ਬੈਲੈਂਸ ਮਸ਼ੀਨ 'ਤੇ ਖੜ੍ਹਾ ਹੈ ਅਗਰ ਉਹ ਆਪਣਾ ਸਾਹ ਅੰਦਰ ਨੂੰ ਖਿੱਚੂਗਾ, ਇਨਹੇਲ ਕਰੂੰਗਾ ਤਾਂ ਖਿੱਚ ਲੂੰਗਾ ਤਾਂ ਜਿਹੜੀ ਰੀਡਿੰਗ ਬੈਲੈਂਸ ਹੋਊਗਾ ਕਿ ਉਹ ਚੇਂਜ ਹੋਊਗੀ। ਕਿਆ ਉਹ ਇਨਕਰੀਜ਼ ਹੋਊਗੀ ਜਾਂ ਡਿਕਰੀਜ਼ ਹੋਊਗੀ ਜਾਂ ਅਨਅਫੈਕਟਡ ਹੋਊਗੀ ਜਾਂ ਕੋਈ ਚੇਂਜ ਨਹੀਂ ਹੋਣਾ ਮਤਲਬ, ਜਾਂ ਇਨਕਰੀਜ਼ ਜਾਂ
हो सकता इनक्रीज होंगे या डिक्रीज, ये डिपेंड करूँगा एटमोसफेयर के उपर। तो इसका आंसर होगा इनक्रीज। ये याद रखना तुसीं। देखो एक साडा भार है, असी मशीन के उपर खड़े हैं, लेकिन असी अगर असी क्या कर रहे हैं, अपना जो साह है वो अंदर बाहर कर रहे हैं, लेकिन असी अगर अपना साह अंदर ही खिंच के रख लीए तो जोड़ा वेट है उस एयर का जो प्रैशर है वो प्लस हो जाना, जिस करके उत्थे जोड़े बैलेंस आ रीडिंग की वो इनक्रीज है। तुसीं करके भी देख सकते हो हमेशा इनक्रीज होंदी है। सो विच ऑफ द फॉलोइंग इज़ ए वैक्टर क्वांटिटी। वैक्टर क्वांटिटी किहड़ी है, इस असीं पढ़िया सी डिसप्लेसमेंट वैक्टर क्वांटिटी असीं पिछे कर लिया सी। 6 विच वन ऑफ द फॉलोइंग इज़ ए वैक्टर क्वांटिटी। दसो मोमेंटम, प्रैशर, एनर्जी या वर्क। सो ये किहड़ी चीज़ जिहड़ी है वो साडी वैक्टर क्वांटिटी हैगी है। सो एज यू नो देखो जे साडी एनर्जी है ये भी साडी स्केलर है ना, वर्क है ये भी स्केलर है, प्रैशर है ये भी स्केलर ही है। तो साडा आंसर हो जाऊगा मोमेंटम, बिकॉज मोमेंटम इज़ द वैक्टर क्वांटिटी। देखो कईयां नूं लगदा होऊगा कि प्रैशर भी तो हो सकता है और वर्क भी तो हो सकता है, एनर्जी भी तो हो सकता है। मैं तुहानूं एक गल दसदा, देखो जिमें मैं मोमेंटम लिखिया, मोमेंटम असीं पी नाल डिनोट करते हैं, ये हो गया मास इंटू वेलोसिटी। हुण इह 'च मास जो हुंदा स्केलर हुंदा, वेलोसिटी हो गई वैक्टर। ਜਦੋਂ ਇੱਕ ਸਕੇਲਰ ਔਰ ਵੈਕਟਰ ਆਪਸ 'ਚ ਮਲਟੀਪਲਾਈ ਕਰਦੇ ਆ ਤਾਂ ਆਪਾਂ ਹਮੇਸ਼ਾ ਸਾਨੂੰ ਵੈਕਟਰ ਮਿਲਦਾ। ਇਹ ਤੁਹਾਨੂੰ ਮੈਂ ਪ੍ਰੂਵ ਵੀ ਕਰ ਸਕਦਾ, ਠੀਕ ਹੈ। ਪ੍ਰੂਵ ਕਿਵੇਂ ਕਰੂੰਗਾ ਤੁਹਾਨੂੰ ਦੱਸਦਾ ਮੈਂ। ਦੇਖੋ ਮੰਨ ਲਓ ਮਾਸ 2 ਕਿਲੋ ਆ, ਅਤੇ ਵੈਕਟਰ ਕੋਈ ਵੈਲੋਸਿਟੀ ਆ ਉਹ ਵੈਕਟਰ ਕੁਆਂਟਿਟੀ ਲੈ ਲੈਂਦੇ ਆਪਾਂ, ਜਿਵੇਂ 2i ਕੈਪ ਪਲੱਸ 2j ਕੈਪ ਪਲੱਸ 2k ਕੈਪ। ਸੋ ਐਂ ਰਹਿੰਦਾ। ਹੁਣ ਮੈਂ ਜੇ ਮਲਟੀਪਲਾਈ ਕਰੂੰਗਾ ਤਾਂ 4i ਕੈਪ ਪਲੱਸ 4j ਕੈਪ ਇੱਦਾਂ ਸਾਨੂੰ ਮਿਲ ਜੂਗਾ। i j ਕੈਪ ਨਾਲ ਰਹੂੰਗਾ ਤਾਂ ਸਾਨੂੰ आई जे कैप ਦੀ ਡਾਇਰੈਕਸ਼ਨ ਦੱਸਦੇ ਆ, ਅਤੇ ਇਹਦਾ ਮਤਲਬ ਕਿਆ ਹੋ ਗਿਆ, ਉਹ ਸਕੇਲਰ ਮਤਲਬ ਉਹ ਵੈਕਟਰ ਕੁਆਂਟਿਟੀ ਬਣ ਗਿਆ। ਲੇਕਿਨ ਅਗਰ ਹੁਣ ਇਸ ਨੂੰ ਅਸੀਂ ਇਹਦੇ ਰਿਵਰਸ ਲਈਏ, ਅਗਰ ਮੈਂ ਲਵਾਂ ਵਰਕ ਹੁੰਦਾ ਫੋਰਸ ਇੰਟੂ ਡਿਸਪਲੇਸਮੈਂਟ। ਹੁਣ ਇਹ 'ਚ ਫੋਰਸ ਵੀ ਵੈਕਟਰ ਹੈ ਔਰ ਇਹ ਵੀ ਵੈਕਟਰ ਹੈ। ਹੁਣ ਮੈਂ ਤੁਹਾਨੂੰ ਦੱਸਦਾ ਮਲਟੀਪਲਾਈ ਕਰਕੇ। ਦੇਖੋ ਮੰਨ ਲਓ ਮੈਂ ਫੋਰਸ ਲਿੱਤਾ 2i ਕੈਪ ਅਤੇ ਜਿਹੜਾ ਡਿਸਪਲੇਸਮੈਂਟ ਉਹ ਵੀ 2i ਕੈਪ ਲੈ ਲਿਆ। ਹੁਣ ਮਲਟੀਪਲਾਈ ਕਰੂੰਗਾ ਨਾ ਤਾਂ ਇਹਦਾ 4 ਆਂਸਰ ਆ ਜਾਣਾ, ਮਤਲਬ ਸਕੇਲਰ ਫਾਰਮ ਆ ਗਈ, ਕਿਉਂਕਿ i ਕੈਪ ਮਲਟੀਪਲਾਈ i ਕੈਪ ਸਾਡਾ 1 ਹੋ ਜਾਣਾ। ਇਸ ਕਰਕੇ 2 × 2 4 ਹੋ ਜਾਣਾ, ਜਿਸ ਕਰਕੇ ਉਹ ਸਕੇਲਰ ਕੁਆਂਟਿਟੀ ਚੇਂਜ ਹੋ ਜਾਣਾ। ਇਸ ਕਰਕੇ ਜੋ ਮੋਮੈਂਟਮ ਹੈ ਉਹ ਸਾਡਾ ਸਿਰਫ ਐਂਡ ਸਿਰਫ ਸਾਡਾ ਕੀ ਹੈ, ਵੈਕਟਰ ਕੁਆਂਟਿਟੀ ਹੈ। ਦੈਨ ਨੈਕਸਟ ਇਜ਼ ਵਿਚ ਫਿਜ਼ੀਕਲ ਕੁਆਂਟਿਟੀ ਇਜ਼ ਰਿਪਰੈਜ਼ੈਂਟਡ ਬਾਈ ਦਾ ਰੇਸ਼ੋ ਆਫ ਮੋਮੈਂਟਮ ਐਂਡ ਵੈਲੋਸਿਟੀ ਆਫ ਦਾ ਬੋਡੀ। ਸੋ ਕਿਹੜੀ ਚੀਜ਼ ਦੱਸਦੀ ਹੈ, ਜੋ ਹੁਣ ਦੇਖੋ ਉਰੇ ਸੀਗਾ ਮੋਮੈਂਟਮ ਇੰਟੂ ਮਾਸ ਇੰਟੂ ਵੈਲੋਸਿਟੀ। उन्होंने पूछा है कि अगर असी मोमेंटम मोमेंटम होगा, मोमेंटम के नीचे वेलोसिटी कर दी तो क्या निकलूँगा, तो मास निकलूँगा ना। देखो मास आ गया, तो सी आंसर साढ़ा करैक्ट हो गया। फोर्स इज़ द प्रोडक्ट ऑफ, फोर्स की प्रोडक्ट होंगे, फोर्स होंगे मास इंटू वेलोसिटी। सो ए इज़ द आंसर। इफ अ नंबर ऑफ रिप्रजेंटिंग वॉल्यूम एंड सरफेस एरिया ऑफ क्यूब आर इक्वल, मतलब जिमें नंबर ऑफ वॉल्यूम आ गया इज इक्वल्स टू वॉल्यूम कितना होगा, एक मिनट, एज यू नो वॉल्यूम ऑफ क्यूब कितना होंगे ए क्यूब, तो वो इक्वल किस है, सरफेस एरिया ऑफ क्यूब। सरफेस एरिया कितना होंगे 6a स्क्वायर इज सरफेस ऑफ एरिया। हूँ अगर इसमें कट दी आप कट गया पूरा, तो ए कितना है 6 है। वही सानू पूछा सी कि उसकी साइड किन्नी रिप्रजेंट, एज किन्नी रिप्रजेंट करूँगी, तो किन्नी करूँगी 6 रिप्रजेंट करूँगी। दिस इज आंसर। ओके। एनर्जी कंजरवेशन मीनस एनर्जी मतलब की होंगे जनरेशन एंड डिस्ट्रक्शंस ऑफ एनर्जी। एनर्जी कुड बी क्रिएटेड, एनर्जी कुड नॉट बी क्रिएटेड बट डिस्ट्रॉयड, एनर्जी कैन नाइदर बी क्रिएटेड नॉट डिस्ट्रॉयड। तो आंसर क्या होगा डी। असी स्टार्टिंग 10th क्लास तो पढ़ते हैं कि एनर्जी कैन नाइदर बी क्रिएटेड नॉट डिस्ट्रॉय, है ना। दैट्स वाई इट इज़ कॉल्ड कंजरवेशन ऑफ एनर्जी। सो डी इज़ द राइट आंसर। नैक्सट इज एनर्जी ऑफ विंड इज, एनर्जी ऑफ विंड की है, ओनली पोटेंशियल है, ओनली काइनेटिक है, इलैक्ट्रिकल या पोटेंशियल या काइनेटिक दोनों है। तो इसका आंसर क्या होगा, इसका आंसर हो जाऊंगा ओनली काइनेटिक। सो ओनली काइनेटिक है, सिर्फ काइनेटिक एनर्जी ही हैगी है, क्योंकि जो विंड है वो जो पक्खा है, जो विंड फैन होंदा ना वो साडा चलदा है ना। जो चलदा है तो उसदे बाद ही वो जो चलदा तो उसकी काइनेटिक एनर्जी आ जाती है, तो उस तो इलैक्ट्रिक एनर्जी पैदा हो जाती है। सो ओनली काइनेटिक है। इन विंड पावर विच फॉर्म ऑफ एनर्जी इज कन्वर्टेड इनटू इलैक्ट्रिक एनर्जी। हुणे पढ़िया काइनेटिक एनर्जी का आंसर होएगा, काइनेटिक एनर्जी तो ही इलैक्ट्रिक एनर्जी कन्वर्ट होती है। एज द ट्रेन स्टार्ट मूविंग द हैड ऑफ द पैसेंजर सिटिंग इन साइड लीन्स बैकवर्ड बिकॉज ऑफ। देखो जिमें बंदा बैठा है, हुण जो क्या कहते इक्को दम मूव करती है, जो ट्रेन मूव करती है तो हैड का मतलब जो सिर होंगे ना साडा अगे नूं आंदा, अगे नूं झुकदा। तो हुण तुसीं देखो बंदा दे पैर थले रैस्ट विच आ, लेकिन उपरला पोर्शन मोशन च हैगा जो अगे नूं गया, है ना।
ਇਮੈਜਿਨ ਕਰੋ ਬੱਸ 'ਚ ਬੈਠੇ ਹੋ ਤੁਸੀਂ ਅਤੇ ਸਿੱਧੇ ਬੈਠੇ ਹੋ ਅਤੇ ਹੁਣ ਤੁਹਾਡਾ ਬੱਸ ਸਟਾਰਟ ਹੋਈ ਤੁਸੀਂ ਅੱਗੇ ਨੂੰ ਝੁਕੋਗੇ, ਜਿਸ ਕਰਕੇ ਕਿਆ ਹੋਊਗਾ ਤੁਹਾਡਾ ਜਿਹੜਾ ਉੱਪਰ ਵਾਲਾ ਹੋਊਗਾ ਪੋਰਸ਼ਨ ਉਹ ਮੋਸ਼ਨ 'ਚ ਆ ਗਿਆ, ਥੱਲੇ ਵਾਲਾ ਸਿਰਫ ਤੁਹਾਡਾ ਰੈਸਟ ਮਾ ਆ ਗਿਆ। ਇੱਦਾਂ ਦੀ ਚੀਜ਼ ਨੂੰ ਆਪਾਂ ਇਨਰਸ਼ੀਆ ਆਫ ਰੈਸਟ ਕਹਿੰਦੇ ਆ। ਇਹ ਗੱਲ ਯਾਦ ਰੱਖਣੀ ਹੈ। ਹੁਣ ਮੰਨ ਲਓ ਕਿ ਬੱਸ ਚੱਲ ਰਹੀ ਹੈ ਅਤੇ ਹੁਣ ਰੁਕ ਗਈ, ਹੁਣ ਉਸ ਤੋਂ ਬਾਅਦ ਕੀ ਹੋਊਗਾ, ਸੌਰੀ ਪਿੱਛੇ ਨੂੰ ਜਾਊਂਗਾ ਤਾਂ ਉਹਦੇ ਇਨਰਸ਼ੀਆ ਆਫ ਰੈਸਟ ਸਾਡਾ ਹੋਊਗਾ। ਅਗਰ ਸਾਡੀ ਅਸੀਂ ਪੈਸੈਂਜਰ ਬੱਸ 'ਚ ਬੈਠਾ ਹੈ ਅਤੇ ਹੁਣ ਇੱਕੋ ਦਮ ਚੱਲ ਰਹੀ ਹੈ ਬੱਸ, ਇੱਕੋ ਦਮ ਰੁਕੂਗੀ ਤਾਂ ਸਾਡਾ ਸਿਰ ਅੱਗੇ ਨੂੰ ਜਾਊਗਾ, ਜਿਸ ਕਰਕੇ ਕਿਆ ਹੋਊਗਾ ਉਹ ਸਾਡਾ ਇਨਰਸ਼ੀਆ ਆਫ ਮੋਸ਼ਨ ਹੋਊਗੀ। ਚੀਜ਼ ਮੋਸ਼ਨ ਤੋਂ ਰੈਸਟ 'ਚ ਆਈ ਸੀਗੀ, ਦੈਟਸ ਵਾਈ। ਨੈਕਸਟ ਇਟ ਇਜ਼ ਡਿਫੀਕਲਟ ਟੂ ਵਾਕ ਔਨ ਦਾ ਆਈਸ ਦੈਨ ਔਨ ਦਾ ਰੋਡ। ਕਹਿੰਦੇ ਆਈਸ 'ਤੇ ਤੁਰਨਾ ਡਿਫੀਕਲਟ ਆ ਰੋਡ ਨਾਲੋਂ। ਕਿਉਂ? ਰੀਜ਼ਨ, ਵਟ ਇਜ਼ ਦ ਰੀਜ਼ਨ ਬਿਹਾਈਂਡ ਇਟ? ਆਈਸ ਹਾਰਡਰ ਹੁੰਦੀ ਰੋਡ ਨਾਲੋਂ, ਰੋਡ ਹਾਰਡਰ ਹੁੰਦਾ ਆਈਸ ਨਾਲੋਂ। ਆਈਸ ਡਜ਼ ਨਾਟ ਆਫਰ ਐਨੀ ਰਿਐਕਸ਼ਨ ਵੈਨ ਯੂ ਪੁਸ਼ ਇਟ ਵਿਦ ਅਵਰ ਫੁੱਟ। ਆਈਸ ਹੈਜ਼ ਲੈਸਰ ਫ੍ਰਿਕਸ਼ਨ ਦੈਨ ਰੋਡ। ਬਿਲਕੁਲ ਸਹੀ ਹੈ, ਫ੍ਰਿਕਸ਼ਨ ਲੈਸ ਆ, ਇਸ ਕਰਕੇ ਇੱਦਾਂ ਹੁੰਦਾ, ਨਹੀਂ ਹੋਣਾ ਨਹੀਂ ਸੀਗਾ। ਤਾਂ ਆਨਸਰ ਡੀ ਇਜ਼ ਦਾ ਰਾਈਟ ਆਨਸਰ। ਦੇਖੋ ਫ੍ਰਿਕਸ਼ਨ ਜਿਹਦੇ ਨਾਲ ਜ਼ਿਆਦਾ ਫ੍ਰਿਕਸ਼ਨ ਹੋਊਗਾ ਉਹ ਅਸੀਂ ਤੁਰ ਸਕਦੇ ਆ, ਜ਼ਿਆਦਾ ਵਧੀਆ ਤੁਰ ਸਕਦੇ। ਜੇ ਫ੍ਰਿਕਸ਼ਨ ਘੱਟ ਹੋਊਗਾ ਤਾਂ ਸਲਿੱਪ ਕਰੂੰਗੇ, ਸਿੰਪਲੀ ਗੱਲ ਆ। A man jumped at the speed of 5 meter per second from the stationary boat. The boat moved off with the speed of 0.5 meter per second. How many times is the mass of the boat greater than the man? तो मैन नालों कितना ज़्यादा ग्रेटर होगा जो मास, जे मैन कोई 5 मीटर ऑफ पर सैकेंड स्पीड स्टेशनरी बोर्ड तो जंप करूँगा। सो एज यू नो कि उरे सानू हुण पुछ लिया होया कि कितना मास होगा और सानू उरे स्पीड दे दी है ना, तो सानू मास भी दिता होया। ਸਾਨੂੰ ਇਹ ਗੱਲ ਕਲੀਅਰ ਹੋ ਗਈ ਕਿ ਉਹਦੇ ਪੱਕਾ ਮੋਮੈਂਟਮ ਲੱਗਣਾ, ਕੰਜ਼ਰਵੇਸ਼ਨ ਆਫ ਮੋਮੈਂਟਮ ਜੋ ਹੁੰਦਾ ਫਾਈਨਲ ਮੋਮੈਂਟਮ ਮਾਈਨਸ ਇਨੀਸ਼ੀਅਲ ਮੋਮੈਂਟਮ, ਇਹ ਦਾ ਫਾਰਮੂਲਾ ਹੁੰਦਾ। ਸੋ ਫਾਈਨਲ ਮੋਮੈਂਟਮ ਦੇਖੋ ਪਿੱਛੇ ਪੜਿਆ ਸੀ ਨਾ, ਮੋਮੈਂਟਮ ਮਾਸ ਇੰਟੂ ਵੈਲੋਸਿਟੀ ਹੁੰਦਾ, ਬਸ ਉਹੀ ਲਗਾ ਦੇਣਾ। ਹੁਣ ਦੋ ਚੀਜ਼ਾਂ ਬਾਰੇ ਪੁੱਛੀ ਹੋਈ ਹੈ। ਮੰਨ ਲਓ ਜੋ ਸਾਡਾ ਪਰਸਨ ਹੈ ਉਸਦਾ ਮਾਸ ਮੈਂ ਮੰਨ ਲਿਆ ਕੈਪੀਟਲ ਐਮ, ਅਤੇ ਜੋ ਵੈਲੋਸਿਟੀ ਦਿੱਤੀ ਹੋਈ ਮਤਲਬ ਸਪੀਡ ਵੈਲੋਸਿਟੀ ਇੱਕੋ ਜਿਹੀ ਗਿਣਿਆ ਗਿਆ ਪੂਰੇ, ਉਹਦੀ ਦਿੱਤੀ ਹੋਈ ਆ 5 ਜੰਪਡ ਸਪੀਡ ਆਫ 5, ਹਾਂ ਮੈਂ 5 ਮੀਟਰ ਦੀ ਸਪੀਡ ਦੀ ਜੰਪ ਕੀਤਾ ਤਾਂ ਉਹਦੇ ਹੋ ਗਿਆ 5, ਓਕੇ, ਇਹ ਹੋ ਗਿਆ 5। ਉਸ ਤੋਂ ਬਾਅਦ ਆਇਆ ਮਾਈਨਸ, ਇਹ ਆਇਆ ਸਮੋਲ ਐਮ, ਮੰਨ ਲਓ ਤੁਸੀਂ ਉਸ ਦੀ ਸਪੀਡ, ਅਤੇ ਉਹਦੀ ਹੋ ਗਈ 0.5, ਅਤੇ ਇਹ 0 ਬਰਾਬਰ ਆ ਜਾਊਗਾ ਕਿਉਂਕਿ ਕੰਜ਼ਰਵੇਸ਼ਨ ਆਫ ਮੋਮੈਂਟਮ ਆ। ਕੰਜ਼ਰਵੇਸ਼ਨਲ ਚੀਜ਼ਾਂ ਹਮੇਸ਼ਾ 0 ਹੁੰਦੀਆਂ। ਹੁਣ ਇਸ ਤੋਂ ਬਾਅਦ ਕੀ ਹੋ ਗਿਆ ਕਿ ਉਰੇ ਆਪਾਂ ਲਿਖ ਲੈਂਦੇ ਹਾਂ 0 ਇਜ਼ ਇਕੁਅਲਸ ਟੂ 5m ਮਾਈਨਸ 0.5 ਸਮੋਲ ਐਮ। ਹੁਣ ਕੀ ਹੋਊਗਾ ਕਿ ਇਹ ਵਾਲਾ ਮਾਸ ਇੱਧਰ ਜਾਊਗਾ, 0.5m ਇਜ਼ ਇਕੁਅਲਸ ਟੂ 5m। ਸੋ ਅਗਰ ਅਸੀਂ ਇਹਨੂੰ ਕੱਟੂਗੇ ਤਾਂ ਉਹ ਕਿੰਨਾ ਹੋ ਜਾਊਗਾ ਸਾਡਾ, ਅਗਰ 5 ਨੀਚੇ ਜਾਊਂਗਾ ਤਾਂ ਉਧਰ 10 ਉਤਰਿਆ ਨੀਚੇ ਐਂਡ 50 ਹੋ ਗਿਆ ਅਤੇ 10, ਤਾਂ ਉਰੇ ਆ ਗਿਆ ਕੈਪੀਟਲ ਐਮ ਸਮੋਲ ਐਮ ਬਾਏ ਕੈਪੀਟਲ ਐਮ, ਸੌਰੀ ਫॉर दैट, ਉਰੇ ਸਾਡਾ ਆ ਜਾਊਗਾ ਕੈਪੀਟਲ ਐਮ ਡਿਵਾਈਡਡ ਬਾਏ ਸਮੋਲ ਐਮ, ਅਤੇ ਉਧਰ ਚੱਲ ਜਾਊਗਾ ਇਕੁਅਲ ਟੂ 1/10। ਤੋ ਅਸੀਂ ਦੇਖ ਸਕਦੇ ਹਾਂ ਵੀ ਸਮੋਲ ਐਮ ਅਸੀਂ ਬੋਰਡ ਦਾ ਮਾਸ ਲਿੱਤਾ ਸੀ ਅਤੇ ਇਹ 10 ਆ ਗਿਆ, ਤਾਂ ਇਹਦਾ ਆਨਸਰ ਕਿੰਨਾ ਆ ਜਾਊਗਾ 10 ਟਾਈਮਸ ਆਨਸਰ ਆ ਜਾਊਗਾ। ਤੋ ਇੱਦਾਂ ਫਾਈਂਡ ਕਰਨਾ ਹੈ ਕਿਉਂਕਿ ਸਾਨੂੰ ਉਰੇ ਸਪੀਡ ਐਂਡ ਮਾਸ ਸਭ ਕੁਝ ਗਿਵਨ। ਦੇਖੋ ਕੁਐਸਚਨ ਪੜ੍ਹਦੇ ਹੋਏ ਅਸੀਂ ਫਾਰਮੂਲਾ ਦੇਖ ਲਿਆ, ਤੁਹਾਨੂੰ ਦੱਸਦਾ ਮੈਂ ਕਿੱਦਾਂ ਦੇਖਿਆ। ਦੇਖੋ ਉਰੇ ਸਪੀਡ ਦਿੱਤੀ ਸੀ, ਮੈਨੂੰ ਵੈਲੋਸਿਟੀ ਦਾ ਪਤਾ ਲੱਗ ਗਿਆ ਸੀ। ਉਰੇ ਵੀ ਦੋ ਦਿੱਤੀਆਂ ਸੀ ਸਪੀਡ, ਇੱਕ ਆਹ ਦਿੱਤੀ ਸੀ ਬੋਰਡ ਦੀ, ਇਹ ਦਿੱਤੀ ਆ, ਅਤੇ ਮੈਨ ਦੀ ਆਹ ਦਿੱਤੀ ਆ, ਓਕੇ, ਆਹ ਮੈਨ ਦੀ ਦਿੱਤੀ ਆ, ਬੋਰਡ ਦਿੱਤੀ ਹੋਈ। ਕਹਿੰਦੇ ਹਾਊ ਮੈਨੀ ਟਾਈਮਸ ਦਾ ਮਾਸ ਆਫ ਦਾ ਬੋਟ ਗ੍ਰੇਟਰ ਦੈਨ ਮੈਨ ਨਾਲੋਂ ਮਾਸ, ਤਾਂ ਉਰੇ ਮਾਸ ਐਂਡ ਵੈਲੋਸਿਟੀ ਦੋਨਾਂ ਦੀ ਗੱਲ ਹੋ ਗਈ ਕੁਐਸਚਨ ਦੇ ਵਿੱਚ। ਵੈਲੋਸਿਟੀ ਸਪੀਡ ਇਕੁਅਲ ਚੀਜ਼ਾਂ ਹੁੰਦੀਆਂ, ਤਾਂ ਦੋਨਾਂ ਦੀ ਗੱਲ ਹੋ ਗਈ, ਜਿਸ ਕਰਕੇ ਸਾਨੂੰ ਪਤਾ ਲੱਗ ਗਿਆ। ਓਕੇ, ਅ ਟਰੱਕ, ਅ ਕਾਰ ਐਂਡ ਅ ਮੋਟਰਸਾਈਕਲ ਹੈਵ ਦਾ ਵਰਕਿੰਗ ਪ੍ਰਿੰਸੀਪਲ ਆਫ ਵਾਸ਼ਿੰਗ ਮਸ਼ੀਨ। ਇੱਕ ਮਿੰਟ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜੋ ਵੈਲੋਸਿਟੀ ਐਂਡ ਸਪੀਡ ਆ ਇਹ ਸਿਰਫ ਜੋ ਸਾਡੀ ਸਟਰੇਟ ਲਾਈਨ ਹੁੰਦੀ ਆ ਸਿਰਫ ਉਸ ਦੇ ਵਿੱਚ ਹੀ ਇਕੁਅਲ ਚੀਜ਼ਾਂ ਮੰਨੀ ਜਾਂਦੀਆਂ। ਲੇਕਿਨ ਜੇ ਕੋਈ ਹੋਰ ਤਰ੍ਹਾਂ ਦਾ ਮੋਸ਼ਨ ਹੋਵੇ, ਘੁੰਮ ਕੇ ਇੱਧਰ ਨੂੰ ਹੋ ਗਿਆ, ਮੁੜ ਕੇ ਆ ਗਿਆ ਵਾਪਸ, ਉਸ ਸਮੇਂ ਸਪੀਡ ਅਤੇ ਵੈਲੋਸਿਟੀ ਇੱਕੋ ਗੱਲ ਨਹੀਂ ਮੰਨੀ ਜਾਣੀ। ਸਿਰਫ ਸਟਰੇਟ ਲਾਈਨ ਮੋਸ਼ਨ ਅਤੇ ਸਪੀਡ ਵੈਲੋਸਿਟੀ ਇੱਕੋ ਚੀਜ਼ਾਂ ਹੁੰਦੀਆਂ ਨੇ। ਸੋ ਅ ਟਰੱਕ, ਅ ਕਾਰ, ਅ ਮੋਟਰਸਾਈਕਲ ਹੈਵ ਦਾ ਵਰਕਿੰਗ ਪ੍ਰਿੰਸੀਪਲ ਆਫ ਵਾਸ਼ਿੰਗ ਮਸ਼ੀਨ। ਕਿਹੜੀ ਹੁੰਦੀ ਹੈ? ਟਰੱਕ, ਕਾਰ, ਮੋਟਰਸਾਈਕਲ ਹੈਵ ਦਾ, ਉਰੇ ਕੁਐਸਚਨ ਮਿਸ ਪ੍ਰਿੰਟ ਆ, ਤੁਸੀਂ ਇਹਨੂੰ ਕੱਟ ਸਕਦੇ ਹੋ ਇੱਥੇ ਤੋਂ। ਤੋ ਇੱਥੇ ਕਿਹਦਾ ਵਰਕਿੰਗ ਆਫ ਮਸ਼ੀਨ ਕਿਹੜਾ ਹੋਊਗਾ? ਸੈਂਟਰੀਫਿਕੇਸ਼ਨ। ਅਸੀਂ ਉੱਪਰ ਕੀਤਾ ਸੀ, ਰਿਪੀਟ ਹੋਊਗਾ ਕੁਐਸਚਨ, ਠੀਕ ਹੈ। ਅ ਪਰਸਨ ਸਿਟਿੰਗ ਇਨ ਏ ਕਾਰ, ਰੋਡ ਐਕਸ਼ਨ ਇਜ਼ ਅ 4 wheel। ਦੇਖੋ ਨੈਕਸਟ ਕੁਐਸਚਨ ਦੇਖੋ, ਅ ਪਰਸਨ ਇਜ਼ ਸਿਟਿੰਗ ਇਨ ਏ ਕਾਰ ਵਿਚ ਇਜ਼ ਐਟ ਰੈਸਟ। ਦ ਡਾਇਰੈਕਸ਼ਨ ਫਰੋਮ ਦ ਰੋਡ
at each of the four wheels of car is capital R. When the car runs on एक मिनट हाँ जी done. A person is sitting in a car which is at rest. The reaction from the road at each of the four wheels of car is capital R. When the car runs in a straight level road, how will the reaction of the ether of the front wheel vary? ਸੋ ਸਭ ਤੋਂ ਪਹਿਲਾਂ ਤਾਂ ਉਹ ਇਕੁਅਲ ਸੀਗਾ, ਲੇਕਿਨ ਉਸ ਤੋਂ ਬਾਅਦ ਉਹ ਜਦੋਂ ਚੱਲੀ ਕਾਰ ਤਾਂ ਸਾਨੂੰ ਪੁੱਛਿਆ ਕਿ ਉਦੋਂ ਸਾਡਾ ਰਿਐਕਸ਼ਨ ਕਿਆ ਹੋਊਗਾ, ਤਾਂ ਇਟ ਵਿਲ ਬੀ ਲੈਸ ਦੈਨ ਆਰ ਹੋਊਗਾ। ਮੈਂ ਤੁਹਾਨੂੰ ਦੱਸਦਾ, ਦੇਖੋ ਮੰਨ ਲਓ ਆਹ ਕਾਰ ਹੈ, ਕਾਰ ਦਾ ਨਾ ਇਹ ਉੱਪਰ ਰਿਐਕਸ਼ਨ ਹੁੰਦਾ, ਥੱਲੇ ਇਹਦਾ ਮਾਸ ਐਂਡ ਗ੍ਰੈਵਿਟੀ ਇਹਦੀ ਬੈਲੈਂਸ ਹੁੰਦੀ ਹੈ, ਤਾਂ ਉਸ ਸਮੇਂ ਇਹ ਇਕੁਅਲ ਮੰਨੇ ਜਾਂਦੇ ਆ। ਇਸ ਕਰਕੇ ਉਹਨਾਂ ਉੱਪਰ ਲਿਖਤਾ ਸੀ ਕਿ ਪਰਸਨ ਸਿਟਿੰਗ ਇਨ ਏ ਕਾਰ ਵਿਚ ਐਟ ਰੈਸਟ ਸਵਿਚਿੰਗ ਰਿਐਕਸ਼ਨ ਫਰੋਮ ਦਾ ਰੋਡ ਐਟ ਈਚ ਆਫ ਦਾ ਫੋਰ ਵੀਲ ਇਜ਼ ਆਰ, ਤਾਂ ਉਰੇ ਆਰ ਹੋ ਜਾਊਗਾ। ਲੇਕਿਨ ਜਿਉਂ ਹੀ ਇਹ ਮੂਵ ਕਰੂੰਗੀ ਨਾ, ਅੱਗੇ ਨੂੰ ਮੂਵ ਕਰੂੰਗੀ, ਤਾਂ ਇਹ ਜੋ ਆਰ ਹੁੰਦਾ ਹੈ ਇਸ ਦਾ ਐਮ ਜੀ ਮਾਈਨਸ ਐਮ ਏ ਹੋ ਜਾਂਦਾ ਹੈ, ਤਾਂ ਇਹ ਮਾਈਨਸ ਹੋ ਜਾਂਦਾ, ਘਟ ਜਾਂਦਾ ਆਰ, ਜਿਸ ਕਰਕੇ ਇਟ ਵਿਲ ਬੀ ਲੈਸ ਦੈਨ ਆਰ, ਤਾਂ ਆਰ ਤੋਂ ਲੈਸ ਹੋਊਗਾ। ਡਨ, ਦੈਟਸ ਵਾਈ। ਨੈਕਸਟ ਇਜ਼ the oil tanker is partially filled with oil and moves forward on a level road, a uniform acceleration, the free surface of oil then ਸਰਫੇਸ ਕੀ ਹੋਊਗਾ, ਰਿਮੇਨ ਹੌਰੀਜ਼ੋਨਟਲ ਹੋਊਗਾ। ਦੇਖੋ ਉਰੇ ਬੋਲਿਆ ਸੀਗਾ ਕਿ ਜਿਹੜੀ ਆਇਲ ਟੈਂਕਰ ਆ ਉਹ ਅੱਧਾ ਭਰਿਆ ਹੋਇਆ, ਤੇ ਹੁਣ ਕੀ ਹੈ ਕਿ ਟੈਂਕਰ ਨੇ ਮੂਵ ਕਰਨਾ ਸ਼ੁਰੂ ਕਰ ਦਿੱਤਾ ਰੋਡ 'ਤੇ ਯੂਨੀਫਾਰਮ ਮਤਲਬ ਇਕੁਅਲ ਐਕਸਲਰੇਸ਼ਨ ਦੇ ਉੱਪਰ। ਤਾਂ ਜਿਹੜਾ ਫਰੀ ਸਰਫੇਸ ਆਫ ਆਇਲ ਹੈ, ਜਿੱਥੇ ਆਇਲ ਨਹੀਂ ਹੈਗਾ, ਉਹਦੀ ਸ਼ੇਪ ਕਿੱਦਾਂ ਦੀ ਹੋਊਗੀ? ਕਿਆ ਉਹ ਹੌਰੀਜ਼ੋਨਟਲ ਹੋਊਗਾ, ਕਿਆ ਇਨਕਲਾਈਨਡ ਹੋਊਗਾ, ਜਾਂ ਇਨਕਲਾਈਨ ਟੂ ਹੌਰੀਜ਼ੋਨਟਲ ਵਿਦ ਲਾਰਜਰ ਡੈਪਥ ਐਟ ਦਾ ਰੀਅਰ ਐਂਡ, ਅਜ਼ਿਊਮ ਪੈਰਾਬੋਲਿਕ ਕਰਵ। ਦੇਖੋ ਇਹਦਾ ਆਨਸਰ ਪੈਰਾਬੋਲਿਕ ਕਰਵ ਆ। ਇੰਪੋਰਟੈਂਟ ਕੁਐਸਚਨ ਬਹੁਤ ਆ, ਪੈਰਾਬੋਲਿਕ ਕਰਵ ਬਣ ਜਾਂਦੀ ਹੈ, ਤੁਸੀਂ ਕਦੇ ਵੀ ਚੈੱਕ ਕਰ ਸਕਦੇ ਹੋ। ਵਟ ਇਜ਼ ਦ ਕਰੈਕਟ ਇਕੁਏਸ਼ਨ ਫਾਈਂਡਿੰਗ ਦ ਐਕਸਲਰੇਸ਼ਨ? ਸੋ ਐਜ਼ ਯੂ ਨੋ ਐਕਸਲਰੇਸ਼ਨ ਇਜ਼ ਦਾ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਡਿਵਾਈਡਡ ਬਾਈ ਟਾਈਮ ਹੁੰਦਾ, ਇਸ ਲਈ ਆਨਸਰ ਇਹਦਾ ਇਹ ਹੋਏਗਾ। ਬਾਕੀ ਆਪਸ਼ਨ ਦੇਖਣ ਦੀ ਲੋੜ ਹੀ ਨਹੀਂ ਹੈ ਇਹਦਾ ਸਿੰਪਲ ਕੁਐਸਚਨ ਦੇ ਵਿੱਚ। ਨੈਕਸਟ ਇਜ਼ ਅਜ਼ਰਸ਼ਨ ਐਂਡ ਰੀਜ਼ਨਸ ਦੇ ਕੁਝ ਕੁਐਸਚਨਸ ਨੇ। A man standing on a completely frictionless surface can propel himself by whistling. If no external force act on a system, its momentum cannot be changed. So, ਤੁਸੀਂ ਇਹ ਗੱਲ ਯਾਦ ਰੱਖਣੀ ਆ ਕਿ ਅਜ਼ਰਸ਼ਨ ਰੀਜ਼ਨ ਦੇ ਕੁਐਸਚਨ ਕਿੱਦਾਂ ਕਰਦੇ ਹੁੰਦੇ ਆ। ਦੇਖੋ ਜਿਵੇਂ ਮੈਂ ਫਸਟ ਸਟੇਟਮੈਂਟ ਪੜ੍ਹੀ, ਅ ਮੈਨ ਸਟੈਂਡਿੰਗ ਔਨ ਕੰਪਲੀਟਲੀ ਫ੍ਰਿਕਸ਼ਨਲੈਸ ਸਰਫੇਸ ਕੈਨ ਪ੍ਰੋਪੈਲ ਹਿਮਸੈਲਫ ਬਾਈ ਵਿਸਲਿੰਗ। ਜੇ ਮੈਂ ਉਰੇ ਅੱਗੇ ਜੋ ਰੀਜ਼ਨ ਆ ਉਸ 'ਚ ਬਿਕੋਜ਼ ਲਾ ਕੇ ਕੁਛ ਸੈਂਸ ਬਣ ਰਹੀ ਹੈ, ਬਿਕੋਜ਼ ਇਫ ਨੋ ਐਕਸਟਰਨਲ ਫੋਰਸ ਐਕਟ ਔਨ ਸਿਸਟਮ ਇਟਸ ਮੋਮੈਂਟਮ ਕੈਨ ਨੋਟ ਚੇਂਜ। ਸੋ ਉਦੋਂ ਆਨਸਰ ਇਹ ਹੋਊਗਾ। ਅਗਰ ਉਹ ਸਿਸਟਮ ਉਹ ਸੈਂਟੈਂਸ ਦੇਅਰ ਫੋਰ ਲਾ ਕੇ ਕੁਐਸਚਨ ਬਣ ਰਿਹਾ ਹੈ ਤਾਂ ਆਪਸ਼ਨ ਹਮੇਸ਼ਾ ਬੀ ਹੁੰਦਾ ਹੈ। ਤੁਸੀਂ ਗੱਲ ਯਾਦ ਰੱਖਣੀ ਹੈ, ਠੀਕ ਹੈ। ਉਹ ਮੈਨ ਸਟੈਂਡਿੰਗ ਔਨ ਕੰਪਲੀਟਲੀ ਫ੍ਰਿਕਸ਼ਨਲੈਸ ਸਰਫੇਸ ਕੈਨ ਪ੍ਰੋਪੈਲ ਹਿਮਸੈਲਫ ਬਾਈ ਵਿਸਲਿੰਗ ਦੇਅਰ ਫੋਰ ਇਫ ਨੋ ਐਕਸਟਰਨਲ ਫੋਰਸ ਐਕਟ ਔਨ ਸਿਸਟਮ ਇਟਸ ਮੋਮੈਂਟਮ ਕੈਨ ਨੋਟ ਚੇਂਜ। ਸੋ ਉਹ ਦੇਅਰ ਫੋਰ ਆ ਰਿਹਾ ਹੈ, ਇਸ ਦਾ ਆਨਸਰ ਕਿਆ ਹੋ ਜਾਊਗਾ? ਬੀ। ਤੁਸੀਂ ਧਿਆਨ ਨਾਲ ਦੇਖ ਲਿਓ ਇੱਥੇ, ਜਦੋਂ ਤੁਸੀਂ ਕਰੋਗੇ ਤੁਹਾਨੂੰ ਆਪੇ ਸਮਝ ਆ ਜਾਊਗਾ ਕਿ ਦੇਅਰ ਫੋਰ ਬਣ ਰਿਹਾ ਕਿ ਬਣ ਰਿਹਾ। ਤੁਹਾਨੂੰ ਮੈਂ ਦੱਸ ਦਿੱਤਾ ਕਿੱਦਾਂ ਹੋਣਾ ਹੈ। ਸੋ ਕਿਹੜਾ ਕਨਕਲੂਜ਼ਨ ਤੁਸੀਂ ਸਹੀ ਡਰੋਨ ਕਰੋਗੇ? ਇਨ ਸਟਾਰਟਿੰਗ ਅ ਲੋਡਡ ਕਾਰਟ ਵਨ ਹੈਜ਼ ਟੂ ਪੁਸ਼ ਹਾਰਡਰ ਦੈਨ ਟੂ ਕੀਪ ਇਟ ਮੂਵਿੰਗ। ਤੋ ਅਗਰ ਕੋਈ ਕਾਰਟ ਨੂੰ ਮਤਲਬ ਜੋ ਸਾਡਾ ਬੈਲ ਗੱਡੀ ਹੁੰਦੀ ਹੈ ਉਸ ਨੂੰ ਅਗਰ ਲੋਡ ਕਰ ਦਿੱਤੀ ਹੈ ਤਾਂ ਉਸ ਨੂੰ ਜੋ ਅੱਗੇ ਨੂੰ ਧੱਕਣਾ ਹਾਰਡਰ ਹੁੰਦਾ, ਉਹਨੂੰ ਮਤਲਬ ਵਨ ਹੈਜ਼ ਟੂ ਪੁਸ਼ ਹਾਰਡਰ ਦੈਨ ਟੂ ਕੀਪ ਇਟ ਮੂਵਿੰਗ। ਮਤਲਬ ਜਦੋਂ ਨਾ ਤੋੜਨਾ ਉਸਨੂੰ, ਉਸ ਸਮੇਂ ਉਹਨੂੰ ਹਾਰਡ ਲੱਗੂਗਾ ਤੋੜਨ ਲੱਗੇ, ਮਤਲਬ ਉਹ ਤਾਂ ਬਹੁਤ ਔਖੇ ਤੁਰਿਆ ਜਾਊਗਾ, ਲੇਕਿਨ ਜਦੋਂ ਹੀ ਉਹ ਤੁਰ ਪਿਆ ਤਾਂ ਉਹਨੂੰ ਸੌਖਾ ਲੱਗੂਗਾ। ਅਤੇ ਕਿਉਂ ਹੁੰਦਾ? ਕਹਿੰਦਾ ਵੇਟ ਆਫ ਮੂਵਿੰਗ ਆਬਜੈਕਟ ਲੈਸ ਹੁੰਦਾ, ਦ ਵੀਲ ਟੈਂਡਸ ਟੂ ਸਲਿਪ ਇਨੀਸ਼ੀਅਲੀ, ਕਹਿੰਦੇ ਪਹਿਲਾਂ ਸਲਿਪ ਕਰ ਜਾਂਦੇ ਆ, ਦੇਰ ਇਜ਼ ਲੈਸ ਫ੍ਰਿਕਸ਼ਨ ਵਨਸ ਕਾਰਟ ਇਜ਼ ਮੂਵਿੰਗ, ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਤਾਂ ਆਨਸਰ ਨੰਬਰ ਸੀ ਹੋਏਗਾ ਇਸਦਾ, ਬਿਕੋਜ਼ ਲੈਸ ਫ੍ਰਿਕਸ਼ਨ ਜਿਹੜਾ ਹੈ ਉਹ ਦੇਖੋ ਜਦੋਂ ਨਾ ਚੀਜ਼ ਤੁਰਦੀ ਹੈ ਉਸ ਸਮੇਂ ਫ੍ਰਿਕਸ਼ਨ ਬਹੁਤ ਆਫਰ ਹੁੰਦਾ, ਤਾਂ ਜਿੰਨਾ ਜ਼ਿਆਦਾ ਫ੍ਰਿਕਸ਼ਨ ਹੋਊਗਾ ਨਾ ਸਾਨੂੰ ਕੁਛ ਚੀਜ਼ ਨੂੰ ਧੱਕਣ 'ਚ ਉਨਾ ਹੀ ਔਖਾ ਹੋਊਗਾ। ਲੇਕਿਨ ਇੱਕ ਵਾਰ ਚੀਜ਼ ਮੂਵ ਕਰ ਗਈ ਫਿਰ ਫ੍ਰਿਕਸ਼ਨ ਲੈਸ ਹੋ ਜਾਂਦਾ। ਦੈਨ next is consider the statement a four-wheel vehicles moving in sharp circular path at high speed will। क्या करूँगे? ओवरटर्न कर जूँगे आउटबुल, ओवरटर्न इनर, स्किड आउटवर्ड, स्किड इनवर्ड। देखो ਤੁਸੀਂ ਇਮੈਜਿਨ ਕਰੋ ਤੁਸੀਂ ਕਾਰ ਚਲਾ ਰਹੇ ਹੋ, ਅਗਰ ਤੁਹਾਡਾ ਮੋੜ ਆ ਗਿਆ, ਹੁਣ ਕਾਰ ਬਾਹਰ ਨੂੰ ਜਾਣਾ ਸ਼ੁਰੂ ਹੋ ਜਾਂਦੀ ਆਟੋਮੈਟਿਕਲੀ, ਪਰ ਤਾਂ ਹੀ ਅਸੀਂ ਜਿਹੜਾ ਸਟੀਅਰਿੰਗ ਅੰਦਰ ਨੂੰ ਮੋੜਦੇ ਆ ਕਿ ਕਾਰ ਮੁੜੇ, ਤਾਂ ਇਸ ਦਾ 3 ਤਾਂ ਪੱਕਾ ਹੈ ਨਾ,
ਸਕਿਡ ਆਊਟਵਰਡ, ਬਾਹਰ ਨੂੰ ਸਲਿਪ ਕਰਦੀ ਹੈ। ਤਾਂ ਜਿੱਥੇ ਤੇ ਥਰਡ ਹੈ ਉਹ ਸਹੀ ਹੋਣਗੇ, ਬਾਕੀ ਗਲਤ। ਤਾਂ ਇਹ ਤਾਂ ਹੈ ਨਹੀਂ। ਤਾਂ ਹੁਣ ਅਸੀਂ ਚੈੱਕ ਕਰਨਾ ਫਸਟ ਔਰ ਸੈਕੰਡ 'ਚ ਕਿਹੜਾ ਸਹੀ ਹੈ। ਓਵਰਟਰਨ ਅਬਾਊਟਸ ਆਊਟਰ ਵੀਲ ਹੈ ਨਾ, ਜਾਂ ਓਵਰਟਰਨ ਅਬਾਊਟ ਇਟਸ ਇਨਰ ਵੀਲ। ਹੁਣ ਸਾਨੂੰ ਕਿਆ ਕਰਨਾ ਪਊਗਾ, ਹੁਣ ਸਾਨੂੰ ਜਿਹੜਾ ਹੈ ਉਹ ਜਿਹੜੇ ਹੈ ਸਾਨੂੰ ਜੋ ਵੀਲ ਆ ਉਹ ਅੰਦਰ ਨੂੰ ਮੋੜਨੇ ਪੈਣੇ ਆ। ਸੋ ਇਹਦਾ ਸੈਕਿੰਡ ਹੋਊਗਾ, ਤਾਂ ਆਨਸਰ ਨੰਬਰ ਇਹਦਾ ਸੀ ਬਣ ਜਾਏਗਾ। ਡਨ। ਨੈਕਸਟ ਇਜ਼, ਸੋ ਅੱਜ ਲਈ ਇੰਨਾ ਹੀ ਬਹੁਤ ਆ ਕੁਐਸਚਨਸ। ਅਤੇ ਹੁਣ ਤੁਸੀਂ ਕਿਆ ਕਰਨਾ, ਤੁਸੀਂ ਇਹਨਾਂ ਦੀ ਦੁਬਾਰਾ ਇਹਨੂੰ ਵੀਡੀਓ ਨੂੰ ਦੇਖਣਾ ਅਤੇ ਇਹਦੀ ਪ੍ਰੈਕਟਿਸ ਕਰਨੀ ਹੈ। ਅੱਗੇ ਅਸੀਂ ਤੁਹਾਡੇ ਵਾਸਤੇ ਹੋਰ ਵੀਡੀਓਜ਼ ਲੈ ਕੇ ਆਵਾਂਗੇ PPSC ਦੇ ਲਈ। ਅਤੇ ਇਹ ਬਹੁਤ ਇੰਪੋਰਟੈਂਟ ਕੁਐਸਚਨਸ ਨੇ। ਇਹ ਕੁਐਸਚਨ ਤਾਂ ਐਵੇਂ ਨਹੀਂ ਬਣਾਏ ਗਏ, ਇਹ ਕੁਐਸਚਨਸ ਉਹ ਨੇ ਜੋ ਕਿਸੇ ਨਾ ਕਿਸੇ ਸਟੇਟਸ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਐਸਚਨਸ ਆਏ ਹੋਏ ਨੇ। ਤਾਂ ਇਸ ਲਈ ਬਹੁਤ ਇੰਪੋਰਟੈਂਟ ਹੈ। PPSC ਹਮੇਸ਼ਾ ਇੱਥੋਂ ਤੋਂ ਹੀ ਕੁਐਸਚਨ ਚੱਕਦੀ ਹੈ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ, ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨਸ ਮਿਲਦੇ ਜਾਣ ਕਿ ਕਦੋਂ ਕੋਈ ਵੀਡੀਓ ਆਈ, ਕਦ ਕੀ ਹੋ ਰਿਹਾ ਹੈ। ਤੋ ਅੱਜ ਲਈ ਇੰਨਾ ਹੀ।